Good evening, everybody. How are you all? I hope you all are doing very well. Welcome to the official channel of Erudition Studies. ਅੱਜ ਫਿਰ ਅਸੀਂ ਹਾਜ਼ਰ ਹੋ ਗਏ ਹਾਂ ਜੀ ਇੰਡੀਅਨ ਪੋਲਿਟੀ ਦੀ ਥਿਊਰੀ ਲੈ ਕੇ, ਜਿਸ ਦੇ ਵਿੱਚ ਅਸੀਂ ਐਮ ਲక్ష్ਮੀਕਾਂਤ ਦੀ ਬੁੱਕ ਨੂੰ ਕਵਰ ਕਰ ਰਹੇ ਹਾਂ ਫॉर यूपीएससी पीसीएस ਲੈਕਚਰਰ ਪ੍ਰਿੰਸੀਪਲ ਐਗਜ਼ਾਮ ਐਂਡ ਐਵਰੀ ਐਗਜ਼ਾਮ ਯੂ ਨੇਮ ਇਟ ਰਾਈਟ। ਅੱਜ ਦਾ ਜੋ ਸਾਡਾ ਸੈਸ਼ਨ ਰਹੇਗਾ ਇਸ ਦੇ ਵਿੱਚ ਅਸੀਂ ਆਰਟੀਕਲ 29 ਐਂਡ 30 ਬਾਰੇ ਗੱਲ ਕਰਾਂਗੇ, ਕਿਉਂਕਿ ਆਰਟੀਕਲ 28 ਤੱਕ ਅਸੀਂ ਆਲਰੇਡੀ ਕਵਰ ਕਰ ਚੁੱਕੇ ਹਾਂ। ਤਾਂ ਬਿਨਾਂ ਦੇਰ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੇ ਲੈਕਚਰ ਨੂੰ, ਜਿਸ ਦੇ ਵਿੱਚ ਅਸੀਂ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ ਦੇ ਬਾਰੇ ਦੇ ਵਿੱਚ ਪੜ੍ਹਨਾ ਹੈ। ਸੌਰੀ, ਇੱਥੇ ਰਾਈਟਸ ਪੜ੍ਹ ਲੈਣਾ, ਆਈ ਦੀ ਜਗ੍ਹਾ ਦੇ ਉੱਪਰ ਯੂ ਟਾਈਪ ਹੋ ਗਿਆ ਵਾ। ਓਕੇ, ਤਾਂ 1 ਬਾय 1 ਸਟਾਰਟ ਕਰਦੇ ਹਾਂ ਜੀ। ਪਹਿਲਾਂ ਗੱਲ ਕਰਾਂਗੇ ਅਸੀਂ ਆਰਟੀਕਲ 29 ਦੀ। ਓਕੇ, ਆਰਟੀਕਲ ਜਿਹੜਾ 29 ਹੈ ਉਸ ਦੇ ਵਿੱਚ ਅਸੀਂ ਨਾ ਮੇਨਲੀ ਕਿੰਨੇ ਕਲੌਜ਼ ਦੇਖਾਂਗੇ ਜੀ? 2 ਕਲੌਜ਼ ਦੇਖਣ ਵਾਲੇ ਹਾਂ। ਠੀਕ ਹੈ, ਇਹ ਹੈ ਪਹਿਲਾ ਕਲੌਜ਼, ਇਹ ਹੈ ਦੂਸਰਾ ਕਲੌਜ਼। ਜਦੋਂ ਤੁਸੀਂ ਪਹਿਲੇ ਕਲੌਜ਼ ਦੀ ਗੱਲ ਕਰਦੇ ਹੋ ਤਾਂ ਇਸ ਦੇ ਵਿੱਚ ਗੱਲ ਕੀਤੀ ਗਈ ਹੈ ਐਨੀ ਸੈਕਸ਼ਨ ਆਫ ਸਿਟੀਜ਼ਨਸ residing in the territory of India or any part of India have the right to conserve its distinct language, culture and script। ਇੱਥੇ ਤੁਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਵਾਲੇ ਅਕਸ਼ਰਾਂ ਨੂੰ ਧਿਆਨ ਨਾਲ ਦੇਖੋ। ਐਨੀ ਸੈਕਸ਼ਨ ਆਫ ਸਿਟੀਜ਼ਨਸ, ਇਹਨਾਂ ਨੇ ਕਿਹਾ ਹੈ ਇੱਕ ਗਰੁੱਪ ਦੇ ਬਾਰੇ ਦੇ ਵਿੱਚ, ਯਾਨੀ ਕਿ ਜਦੋਂ ਸੈਕਸ਼ਨ ਆਫ ਸਿਟੀਜ਼ਨਸ ਆ ਗਿਆ ਤਾਂ ਇੱਥੇ ਇੰਡੀਵਿਜੂਅਲ ਦੀ ਗੱਲ ਨਹੀਂ ਹੋ ਰਹੀ, ਇੱਕ ਗਰੁੱਪ ਦੀ ਗੱਲ ਹੋ ਰਹੀ ਹੈ। ਠੀਕ ਹੈ, ਪਹਿਲੇ ਕਲੋਜ਼ ਵਿੱਚ ਬੋਲਿਆ ਗਿਆ ਐਨੀ ਸੈਕਸ਼ਨ ਆਫ ਸਿਟੀਜ਼ਨਸ ਜੋ ਕਿ ਇੰਡੀਆ ਦੇ ਟੈਰੀਟਰੀ ਦੇ ਵਿੱਚ ਰਹਿੰਦੇ ਹੈ ਜਾਂ ਫਿਰ ਇੰਡੀਆ ਦੇ ਕਿਸੇ ਵੀ ਭਾਗ ਦੇ ਵਿੱਚ ਰਹਿੰਦੇ ਹੈ ਔਰ ਉਹਨਾਂ ਦੀ ਆਪਣੀ ਖੁਦ ਦੀ ਭਾਸ਼ਾ ਹੈ, ਆਪਣੀ ਸਕ੍ਰਿਪਟ ਹੈ, ਆਪਣਾ ਕਲਚਰ ਹੈ, ਯਾਨੀ ਕਿ ਸੱਭਿਆਚਾਰ ਹੈ, ਤਾਂ ਉਹਨਾਂ ਨੂੰ ਇਹ ਰਾਈਟ ਮਿਲਿਆ ਹੋਏਗਾ, ਉਹਨਾਂ ਨੂੰ ਇਹ ਅਧਿਕਾਰ ਮਿਲੇਗਾ ਕਿ ਉਹ ਆਪਣੀ ਭਾਸ਼ਾ ਦੀ, ਆਪਣੀ ਸਕ੍ਰਿਪਟ ਦੀ, ਆਪਣੀ ਸੱਭਿਆਚਾਰ ਦੀ ਰੱਖਿਆ ਕਰ ਸਕਣ, ਉਸ ਨੂੰ ਕੰਜ਼ਰਵ ਕਰ ਸਕਣ। ਠੀਕ ਹੈ, ਤਾਂ ਮੈਂ ਤੁਹਾਨੂੰ ਦੁਬਾਰਾ ਫਿਰ ਕਹਿ ਰਹੀ ਹਾਂ ਕਿ ਇੱਥੇ ਤੁਸੀਂ ਪਹਿਲੇ ਵਰਡਸ ਦੇਖ ਲਓ ਜਿੱਥੇ ਕਿ ਬੋਲਿਆ ਗਿਆ ਐਨੀ ਸੈਕਸ਼ਨ ਆਫ ਦ ਸਿਟੀਜ਼ਨਸ, ਕਹਿਣ ਦਾ ਮਤਲਬ ਇੱਕ ਗਰੁੱਪ ਦੇ ਬਾਰੇ ਵਿੱਚ ਇੱਥੇ ਗੱਲ ਹੋ ਰਹੀ ਹੈ। ਓਕੇ, ਹੁਣ ਸੁਪਰੀਮ ਕੋਰਟ ਨੇ ਕੀ ਕਿਹਾ? ਸੁਪਰੀਮ ਕੋਰਟ ਕਹਿ ਰਹੀ ਹੈ ਕਿ ਚਾਹੇ ਅਸੀਂ ਆਰਟੀਕਲ 29 ਵਿੱਚ ਬੋਲ ਰਹੇ ਹਾਂ ਕਿ ਮਾਈਨੋਰਿਟੀ ਦੇ ਰਾਈਟਸ ਦੀ ਰੱਖਿਆ ਕੀਤੀ ਜਾਏਗੀ, ਰਾਈਟ, ਪਰ ਸੁਪਰੀਮ ਕੋਰਟ ਨੇ ਆਪਣੀਆਂ ਅਲੱਗ-ਅਲੱਗ ਵਰਡਿਕਟਸ ਵਿੱਚ ਬੋਲਿਆ ਕਿ ਜਦੋਂ ਅਸੀਂ ਸੈਕਸ਼ਨ ਆਫ ਸਿਟੀਜ਼ਨਸ ਦੀ ਗੱਲ ਕਰਦੇ ਹਾਂ ਤੇ ਉੱਥੇ ਕੇਵਲ ਅਸੀਂ ਮਾਈਨੋਰਿਟੀ ਗਰੁੱਪ ਦੀ ਗੱਲ ਨਹੀਂ ਕਰਦੇ, ਉਸ ਦੇ ਨਾਲ ਨਾਲ ਇਸ ਦੇ ਵਿੱਚ ਮੈਜੋਰਿਟੀ ਵੀ ਆਪਣੇ ਆਪ ਹੀ ਐਡਜਸਟ ਹੋ ਜਾਂਦੀ ਹੈ, ਰਾਈਟ। ਯਾਨੀ ਕਿ ਮੈਜੋਰਿਟੀ ਦੇ ਜਿਹੜੇ ਰਾਈਟਸ ਹੈਗੇ ਆ ਉਹਨਾਂ ਨੂੰ ਵੀ ਪ੍ਰੋਟੈਕਟ ਕੀਤਾ ਜਾ ਰਿਹਾ ਆਰਟੀਕਲ 29 ਦੇ ਅੰਦਰ, ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਆਰਟੀਕਲ 29 ਹੈ ਉਹ ਕੁਝ ਮਾਈਨੋਰਿਟੀ ਦੀ ਰੱਖਿਆ ਕਰਦਾ ਹੈ ਨਾ, ਚਾਹੇ ਉਹ ਲੈਂਗੁਏਜ ਦੇ ਬੇਸ ਦੇ ਉੱਪਰ ਬਣੀ ਮਾਈਨੋਰਿਟੀ ਹੋਵੇ, ਚਾਹੇ ਫਿਰ ਉਹ ਰਿਲੀਜਨ ਦੇ ਬੇਸ ਦੇ ਉੱਪਰ ਬਣੀ ਹੋਈ ਮਾਈਨੋਰਿਟੀ ਕਿਉਂ ਨਾ ਹੋਵੇ। ਪਰ ਐਸ ਦਾ ਅਸੀਂ ਸਿਰਫ ਇਹ ਮਤਲਬ ਨਹੀਂ ਕੱਢ ਸਕਦੇ ਕਿ ਆਰਟੀਕਲ 29 ਕੇਵਲ ਔਰ ਕੇਵਲ ਮਾਈਨੋਰਿਟੀ ਦੇ ਇੰਟਰਸਟ ਦੀ ਪ੍ਰੋਟੈਕਸ਼ਨ ਕਰਨ ਦੇ ਬਾਰੇ ਵਿੱਚ ਹੀ ਗੱਲ ਕਰਦਾ ਹੈ, ਬਲਕਿ ਕਿਉਂਕਿ ਇੱਥੇ ਇੱਕ ਸੈਕਸ਼ਨ ਆਫ ਸਿਟੀਜ਼ਨਸ ਯਾਨੀ ਇੱਕ ਗਰੁੱਪ ਆਫ ਸਿਟੀਜ਼ਨਸ ਦੀ ਗੱਲ ਕੀਤੀ ਗਈ ਹੈ, ਇਸ ਲਈ ਇਸ ਦੇ ਵਿੱਚ ਮਾਈਨੋਰਿਟੀ ਦੇ ਨਾਲ ਨਾਲ ਮੈਜੋਰਿਟੀ ਆਪਣੇ ਆਪ ਹੀ ਐਡ ਔਨ ਹੋ ਜਾਏਗੀ। ਸਾਡੀ ਜਿਹੜੀ ਮਾਨਯੋਗ ਸੁਪਰੀਮ ਕੋਰਟ ਹੈ ਉਹਨਾਂ ਨੇ ਸਾਫ਼-ਸਾਫ਼ ਬੋਲਿਆ ਹੈ ਕਿ ਆਰਟੀਕਲ 29 ਜ਼ਰੂਰੀ ਨਹੀਂ ਕਿ ਕੇਵਲ ਮਾਈਨੋਰਿਟੀ ਦੀ ਰੱਖਿਆ ਦੀ ਗੱਲ ਹੀ ਕਰੇ। ਓਕੇ ਜੀ, ਸਮਝ ਆ ਗਈ? ਤਾਂ ਇੱਥੇ ਫਿਰ ਸਾਨੂੰ ਕਲੋਜ਼ 1 ਦੇ ਵਿੱਚ ਗਰੁੱਪ ਬਾਰੇ ਪਤਾ ਚੱਲਿਆ। ਓਕੇ, ਅੱਛਾ, ਇੱਥੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ। ਮੰਨ ਲਓ ਤੁਸੀਂ ਨਾ ਕਿਸੇ ਮੈਜੋਰਿਟੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ ਤੇ ਤੁਹਾਡੀ ਕੋਈ ਇਹੋ ਜਿਹੀ ਮੰਗ ਹੈਗੀ ਹੈ ਜਿਹੜੀ ਕਿ ਸੁਪਰੀਮ ਕੋਰਟ ਦੀ ਨਜ਼ਰ ਦੇ ਵਿੱਚ ਬਿਲਕੁਲ ਸਹੀ ਹੈ, ਬਿਲਕੁਲ ਵਾਜਿਬ ਹੈ, ਪਰ ਤੁਹਾਡੀ ਮੰਨੀ ਨਹੀਂ ਜਾ ਰਹੀ, ਤਾਂ ਤੁਸੀਂ ਆਰਟੀਕਲ 29 ਦੇ ਤਹਿਤ ਪ੍ਰੋਟੈਕਸ਼ਨ ਦੀ ਮੰਗ ਕਰ ਸਕਦੇ ਹੋ। ਜਿਵੇਂ ਕਿ ਮੰਨ ਲਓ ਤੁਸੀਂ ਹਿੰਦੂ ਧਰਮ ਤੋਂ ਬਿਲੋਂਗ ਕਰਦੇ ਹੋ, ਤੁਹਾਨੂੰ ਪਤਾ ਹਰ ਇੱਕ ਧਰਮ ਦੇ ਵਿੱਚ ਅੱਗੇ ਐਦਾਂ ਕਰਕੇ ਸਬ ਕਾਸਟ ਵੀ ਹੁੰਦੀਆਂ, ਰਾਈਟ। ਅਸੀਂ ਕੱਲ ਵੀ ਦੇਖਿਆ ਸੀਗਾ ਕਿ ਹਿੰਦੂ ਧਰਮ ਦੇ ਵਿੱਚ ਅਸੀਂ ਇਕੱਲੀ ਹਿੰਦੂ ਨੂੰ ਕਵਰ ਨਹੀਂ ਕਰ ਰਹੇ, ਹੈ ਨਾ। ਮੰਨ ਲਓ ਤੁਸੀਂ ਹਿੰਦੂ ਧਰਮ ਤੋਂ ਸੰਬੰਧ ਰੱਖਦੇ ਹੋ ਤੇ ਤੁਸੀਂ ਕਹਿ ਰਹੇ ਹੋ ਕਿ ਸਾਡੀ ਨਾ ਇੱਕ ਕੋਈ ਪਰਟੀਕੂਲਰ ਲੈਂਗੁਏਜ ਹੈਗੀ ਹੈ ਸਾਡੇ ਕਿਸੇ ਸਬ ਕਾਸਟ ਦੀ, ਔਰ ਉਸ ਲੈਂਗੁਏਜ ਨੂੰ, ਉਸ ਕਲਚਰ ਨੂੰ ਜਾਂ ਉਸ ਸਕ੍ਰਿਪਟ ਨੂੰ ਅਸੀਂ ਬਚਾਉਣਾ ਚਾਹੁੰਦੇ ਹਾਂ, ਪ੍ਰੋਟੈਕਟ ਕਰਨਾ ਚਾਹੁੰਦੇ ਹਾਂ, ਰਾਈਟ। ਤਾਂ ਹੁਣ ਮੈਨੂੰ ਦੱਸੋ ਜੀ ਕਿ ਤੁਸੀਂ ਉਸ ਨੂੰ ਪ੍ਰੋਟੈਕਟ ਕਰਵਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਹੋ ਅੰਡਰ ਆਰਟੀਕਲ 29? ਬਿਲਕੁਲ। ਇੱਥੇ ਇਹ ਨਹੀਂ ਹੋ ਸਕਦਾ ਕਿ ਸਰਕਾਰ ਤੁਹਾਨੂੰ ਕਵੇ ਨੋ, ਤੁਸੀਂ ਤਾਂ ਹਿੰਦੂ ਧਰਮ ਤੋਂ ਬਿਲੋਂਗ ਕਰਦੇ ਹੋ ਔਰ ਇਹ ਮੈਜੋਰਿਟੀ ਦੇ ਵਿੱਚ ਆਉਂਦਾ ਹੈ ਨਾ ਕਿ ਮਾਈਨੋਰਿਟੀ ਦੇ ਵਿੱਚ, ਇਸ ਕਰਕੇ ਅਸੀਂ ਤੁਹਾਨੂੰ ਇਹ ਵਾਲਾ ਅਧਿਕਾਰ 29 ਦੇ ਅੰਡਰ ਨਹੀਂ ਦੇਵਾਂਗੇ। ਐਦਾਂ ਬਿਲਕੁਲ ਨਹੀਂ ਹੋਏਗਾ, ਠੀਕ ਹੈ। ਤੁਹਾਨੂੰ ਪ੍ਰੋਪਰ ਪ੍ਰੋਟੈਕਸ਼ਨ ਮਿਲੇਗੀ ਅੰਡਰ ਆਰਟੀਕਲ 29। ਓਕੇ,
हुण ये तां असीं पहले क्लॉज की गल कर रही, हुण असीं दूसरे क्लॉज की गल करते हैं। ठीक है, क्लॉज 2 दे विच की बोलिया गया है, नो इंडियन सिटीजन शैल बी डिनाइड एडमिशन इनटू एनी एजुकेशनल इंस्टीट्यूशन maintained by the state taxes or aid on the ground only of race, caste, religion or language। बहुत सिंपल है। एंड की कह रहे हैं, कोई भी नागरिक, हुण इत्थे तुहानूं ग्रुप ऑफ सिटीजनस की गल नहीं की गई, राइट, इत्थे इंडिविजुअल की गल की गई है कि कोई भी नागरिक किसी भी सिक्ख्या के इंस्टीट्यूशन च मान लो एडमिशन लेना चाहता है, तो वह इंस्टीट्यूशन जो सरकार के खर्चे के उपर चल रहा होवे, यानी कि साडे दिते हुए टैक्सिस के बेस ते चल रहा होवे, या फिर सरकार वालों उस इंस्टीट्यूशन नूं एड दिती जा रही होवे, तां कोई भी सिटीजन उस इंस्टीट्यूशन में एडमिशन लै सकदा है। ठीक है, उत्थे दी एडमिनिस्ट्रेशन सिर्फ ये कह के तुहानूं एडमिशन देण तो मना नहीं कर सकती कि तेरा तां रिलीजन दूसरा आ, तू तां किसी होर रेस तो बिलोंग करदा आ, तेरी कास्ट कोई होर है, तेरी भाषा कोई होर है, इस करके असीं तैनूं एडमिशन नहीं दे सकते। यानी कि तुहानूं किसी भी एजुकेशनल इंस्टीट्यूशन दे विच जो कि साडी स्टेट दे टैक्स या एड ते चलाया जा रहा होवे, ਉਹ ਤੇ रेस के आधार ते, कास्ट के आधार ते, रिलीजन के आधार ते या लैंगुएज के आधार ते तुहाडे नाल कोई भी डिस्क्रिमिनेशन नहीं हो सकता। ठीक है, हुण इत्थे असीं एग्जाम्पल लैके देख लैंदे हां। एग्जाम्पल्स दे नाल हमेशा पॉलिटी नूं समझना ईजी भी हो जाता है ते लॉन्ग टाइम तक तुहानूं याद रहिंदी है। असीं उदाहरण लै रहे हां मिशनरी स्कूल्स दी। ठीक है, मिशनरी स्कूल्स दे विच क्रिश्चियन कम्यूनिटी मान लो उन्होंने चलाउंदी है, वो इन्हां दा धार्मिक इंस्टीट्यूशन हुंदा है, राइट, पर जेकर सरकार उहदे विच फंड लगा रही है, साडे दिते हुए टैक्स उहदे ते लगा रही है, पैसा लगा रही है, तां इह वाले इंस्टीट्यूशनस दे विच ऐदां नहीं है कि सिर्फ क्रिश्चियन बच्चे पढ़नगे, नहीं, उहदे विच बाकी भी कम्यूनिटीज़ दे जिहड़े स्टूडेंट हैगे हैं वो एडमिशन लै सकते हैं। किसी भी इंसान नूं इस गल तो मना नहीं किया जा सकता कि तू क्रिश्चियनिटी नूं नहीं अपनाया होया, इसलिए तैनूं असीं एडमिशन नहीं देवांगे। ओके, मान लो इन्हां सारे आधारां दे बेस दे उपर अगर उस इंसान नूं मना किया जाता है तो वह आर्टिकल 29 दे क्लोज 2 दे अंडर प्रोटैक्शन लैण लई जा सकता है, राइट। अगे हुण असीं इत्थे एक एक्ट की गल करांगे, यह है रिप्रजेंटेशन ऑफ द पीपल एक्ट 1951। इहदे च की बोलिया गया है, ਇਹਦੇ ਵਿੱਚ ਨਾ ਸੁਪਰੀਮ ਕੋਰਟ ਨੇ ਜਦੋਂ ਇਹ ਗੱਲ ਕੀਤੀ ਹੈ ਤਾਂ ਇਹ ਕਹਿ ਰਹੀ ਹੈਗੀ ਹੈ ਰਾਈਟ ਟੂ ਕੰਜ਼ਰਵ ਦਾ ਲੈਂਗੁਏਜ ਇਨਕਲੂਡਸ ਦ ਰਾਈਟ ਟੂ ਐਜੀਟੇਟ। ਇੱਥੇ ਐਜੀਟੇਟ ਵਰਡ ਧਿਆਨ ਨਾਲ ਦੇਖਣਾ, ਫॉर द प्रोटैक्शन ऑफ द लैंगुएज। यानी कि इस एक्ट दे विच सुप्रीम कोर्ट ने बोलिया कि अगर तुसी अपनी भाषा दी, अपनी लैंगुएज दी प्रोटैक्शन करना चाहते हो तो उसके लिए तुहानूं एजीटेशन करन दा भी अधिकार होएगा। ये नहीं है कि तुसी लाठी चार्ज करवान लग जाओ, तुसी बसां साड़नियां स्टार्ट कर दो, पब्लिक प्रॉपर्टी नूं नुकसान पहुंचाना स्टार्ट कर दो, ऐदां कुछ नहीं होएगा। पर अगर तुसी शांतिपूर्ण तरीके दे नाल एजीटेट भी करते हो तो इसका भी तुहानूं राइट मिलिया होया है और ये राइट तुहाडे कोलों कोई भी नहीं खोएगा। ठीक है, इस दे नाल नाल एक चीज़ तुसी होर याद रखना, सुप्रीम कोर्ट ने एक गल होर बोली है, वो कह रहे हैं मान लो तुसी कैंडीडेट हैगे हो, इलैक्शन दे विच खड़े होगे, ठीक है, और अगर तुसी लोकां नूं धर्म के आधार के उपर, जाति के आधार के उपर भड़काना शुरू कर दिता कि तुसी मेरे धर्म दे हो, तुसी मैनूं वोट पाओ, या अगर तुसी मैनूं वोट पाओगे तो मैं तुहाडी जाति दे लई कोई स्पैसीफिक काम करांगा, तो फिर उस टाइम के उपर रिप्रजेंटेशन ऑफ द पीपल एक्ट 1951 के अंडर तुहाडा जिहड़ा कैंडीडेचर है, तुहाडी जिहड़ी पात्रता है उसनूं रद्द किया जा सकता है इलैक्शन कमीशन के वल्लों। ठीक है, हुण ये तां गल हो रही है धर्म और जाति के आधार पर, पर इत्थे एक एक्सैप्शन है, वो कह रहे हैं कि मान लो तुसी कैंडीडेट हैगे हो, तुसी वोटां 'च खड़े हो गए और तुसी लोकां नूं एक वादा किया कि अगर तुसी मैनूं वोट पाओगे, अगर मैं जित गया तो मैं तुहाडी पर्टिकुलर लैंगुएज नूं प्रोटैक्ट करन दे लई, प्रमोट करन दे लई तुहाडे नाल वादा करदा और उहदे लई मैं काम करूँगा। ठीक है, तो ये उलंघना नहीं होएगी रिप्रजेंटेशन ऑफ द पीपल एक्ट 1951 दी, यानी कि ये तुसी कर सकते हो, उहदे च तुहानूं कोई मनाही नहीं होएगी। सिर्फ तुसी धर्म और जाति के आधार के उपर लोकां नूं नहीं वंडोगे, पर उन्हां दी पर्टिकुलर लैंगुएज दे लई तुसी कोई काम करना चाहते हो तो उसदे लई तुसी प्रॉमिस कर सकते हो, जिसनूं इलैक्शन कमीशन बिल्कुल भी करप्ट प्रैक्टिस नहीं मनेगा। ओके, ये तो हो गया साडा आर्टिकल 29। हुण गल करदे हां आर्टिकल 30 दी, जिस दे विच गल कीती गई है राइट ऑफ माइनॉरिटीज़ टू एस्टैबलिश एंड एडमिनिस्टर
एजुकेशनल इंस्टीट्यूशनस। ठीक है, ਜਦੋਂ ਅਸੀਂ ਪਿੱਛੇ ਪੜਿਆ ਸੀ ਆਰਟੀਕਲ 29 ਤਾਂ ਉਸ ਦੇ ਵਿੱਚ ਅਸੀਂ ਗੱਲ ਕੀਤੀ ਕਿ ਸੁਪਰੀਮ ਕੋਰਟ ਕਹਿੰਦੀ ਹੈ ਮਾਈਨੋਰਿਟੀ ਦੇ ਨਾਲ ਮੈਜੋਰਿਟੀ ਨੂੰ ਵੀ ਅਸੀਂ ਇਹਦੇ ਵਿੱਚ ਸ਼ਾਮਿਲ ਕਰਾਂਗੇ, ਯਾਨੀ ਕਿ ਦੋਨਾਂ ਨੂੰ ਹੀ ਰੱਖਿਆ ਮਿਲ ਰਹੀ ਸੀ, ਰਾਈਟ ਮਿਲ ਰਹੀ ਸੀ। ਪਰ ਜਦੋਂ ਅਸੀਂ ਹੁਣ ਪੜਾਂਗੇ ਅੱਗੇ ਜਾ ਕੇ ਆਰਟੀਕਲ 30 ਤਾਂ ਉਸ ਦੇ ਵਿੱਚ ਮੈਜੋਰਿਟੀ ਨਹੀਂ ਆਏਗੀ, ਯਾਨੀ ਕਿ ਇਹਦੇ ਵਿੱਚ ਪਾਰਟਿਕੂਲਰ ਗੱਲ ਕੀਤੀ ਗਈ ਹੈ ਸਿਰਫ ਔਰ ਸਿਰਫ ਮਾਈਨੋਰਿਟੀ ਦੀ। ਠੀਕ ਹੈ, ਪਰ ਇਹਦੇ ਵਿੱਚ ਇਹ ਜ਼ਰੂਰ ਕਿਹਾ ਗਿਆ ਆ ਕਿ ਮਾਈਨੋਰਿਟੀ ਦੇ ਵਿੱਚ ਚਾਹੇ ਤਾਂ ਉਹ ਧਾਰਮਿਕ ਮਾਈਨੋਰਿਟੀ ਹੋਏ, ਚਾਹੇ ਫਿਰ ਉਹ ਭਾਸ਼ਾ ਦੇ ਆਧਾਰ ਤੇ ਯਾਨੀ ਕਿ ਲਿੰਗੁਇਸਟਿਕ ਮਾਈਨੋਰਿਟੀ ਹੋਏ, ਦੋਨਾਂ ਨੂੰ ਹੀ ਕਵਰ ਕੀਤਾ ਜਾਏਗਾ ਆਰਟੀਕਲ 30 ਦੇ ਅੰਡਰ। ਠੀਕ ਹੈ, ਹੁਣ ਅਸੀਂ ਜਿਵੇਂ ਆਰਟੀਕਲ 29 ਨੂੰ ਕਲੌਜ਼ ਬਾਈ ਕਲੌਜ਼ ਪੜ੍ਹਿਆ ਸੀ, ਬਿਲਕੁਲ ਉਸੇ ਤਰ੍ਹਾਂ ਆਰਟੀਕਲ 30 ਨੂੰ ਵੀ ਅਸੀਂ ਕਲੌਜ਼ ਬਾਈ ਕਲੌਜ਼ ਪੜ੍ਹਦੇ ਹਾਂ। ਠੀਕ ਹੈ, ਪਹਿਲੇ ਕਲੌਜ਼ ਵਿੱਚ ਕੀ ਬੋਲਿਆ, कह रहे हैं कि चाहे कोई रिलीजियस माइनॉरिटी है या फिर लिंग्विस्टिक आधार के उपर कोई माइनॉरिटी है, उन्होंने ये अधिकार दिता गया है कि वो किसी भी एजुकेशनल इंस्टीट्यूशन नू एस्टैबलिश कर सकते हैं और एडमिनिस्टर कर सकते हैं। ठीक है, हुण इत्थे तुसी देखो एक गल वो की गई है कि जिहड़े माइनॉरिटी इंस्टीट्यूशन होणगे वो अपनी मर्जी दे नाल, ध्यान नाल सुना, अपनी मर्जी दे नाल अपनी चॉइस दे नाल इंस्टीट्यूशन नू एडमिनिस्ट्रेशन कर सकते हैं और एस्टैबलिश कर सकते हैं। ओके, उनके दे उपर उन्होंने रोक नहीं लगाई गई। अगर मान लो कोई स्कूल जेड़ा कि किसी रिलीजियस इंस्टीट्यूशन के तौर के उपर चलता पाया, किसी माइनॉरिटी वालों उसनू चलाया जा रहा है, अगर मान लो बाय चांस ऐसा हो जाता है कि उस स्कूल के कोलों दी एक सड़क जानी है नैशनल हाईवे। ठीक है, हुण ये वाला नैशनल हाईवे के रस्ते दे विच ये वाला स्कूल आ रहा है तो यह तो अड़िक्का बन गया, पर यह नैशनल हाईवे साडे देश के लिए, साडी तरक्की के लिए, साडे नागरिकों की सुविधा के लिए बहुत ज़्यादा जरूरी है। ठीक है, यानी कि हुण ये तो साडी गवर्नमेंट का बहुत इंपॉर्टेंट प्रोजेक्ट हो गया। तो गवर्नमेंट की एस माइनॉरिटी इंस्टीट्यूशन की चॉइस के अगेंस्ट जाके, क्योंकि असीं इत्थे गल कर रहे हैं उन्होंने चॉइस मिली हुई है, राइट मिलिया हुआ है ना, तो इसके अगेंस्ट जाके की एस इंस्टीट्यूशन नू तोड़ सकती है, खत्म कर सकती है और की उनकी जगह के उपर सड़क बनाई जा सकती है। तो तुहाडा जवाब की होना चाहिए, बिल्कुल ये कदम साडी सरकार वालों उठाया जा सकता है। ठीक है, साडी सरकार नू यह अधिकार मिलिया होया है कि देश के हित दे लई, नागरिकों के हित दे लई अगर किसी पब्लिक प्रॉपर्टी नू किसी परसन की प्रॉपर्टी नू एक्वायर करना पै जे तो गवर्नमेंट एक्वायर कर सकती है। तुसीं देखिया होएगा काफ़ी पिंडां दे विच नैशनल हाईवेज़ दे लई एक्वायर कीतियां भी गईयां थावां। ठीक है, पर यह नहीं हैगा कि उहदे लई सरकार कुछ देगी नहीं, सरकार नू पैसा देना पएगा, कंपनसेशन देना पऊगा। ठीक है, हुण ये तो रिलीजियस इंस्टीट्यूशन है, तो इहदे लई हुण गवर्नमेंट की करेगी, गवर्नमेंट बिल्कुल कदम उठा सकती है, इंस्टीट्यूशन नू बंद करना पएगा। पर जदों भी ओह गवर्नमेंट माइनॉरिटी इंस्टीट्यूशन नू बंद करेगी तो उन्होंने ओह इन्ना पैसा दे देगी, इन्ना कंपनसेशन दे देगी जिस दे नाल ओह किसी होर जगह के उपर अपने एस रिलीजियस एजुकेशनल इंस्टीट्यूशन नू चला सकन। ठीक है, या फिर एक कम होर हो सकता है कि गवर्नमेंट अगर पैसा ना देना चाहे तो वह की कर सकती है, वह किसी होर जगह के उपर उन्होंने स्थान दे देगी, जमीन दे देगी और उत्थे बनाने के लिए उपरला पैसे दे देगी। ठीक है, क्योंकि वो प्रॉपर बनया होया स्कूल सीगा जिन्हों गवर्नमेंट ने आपदे हित दे लई, देश के हित दे लई यूज़ किया है, तो फिर उस माइनॉरिटी का भी नुकसान ना होए, इसलिए उन्होंने फिर वो जगह देगी या फिर पैसा देगी। ठीक है, हुण असीं जिहड़े इस प्रोविजन बारे गल कर रहे हैं है ना कि गवर्नमेंट एक्वायर कर सकती है किसी की प्राइवेट प्रॉपर्टी नूं देश के हित दे लई, इहनूं ऐड कदों किया गया, ये बहुत इंपॉर्टेंट है। 44th नंबर की जो अमेंडमेंट हुई सी 1978 दे विच 1978 दे विच, उस दे विच ही गल की गई सी ताकि माइनॉरिटी के राइट नूं प्रोटेक्ट किया जा सके। ठीक है, हुण जिहड़ा यह 1978 वाला एक्ट है, ये उही एक्ट है जिस दे तहत राइट टू प्रॉपर्टी नूं किंदे विचों निकाल दिता गया सी, फंडामेंटल राइट्स दे विचों, ते इहनूं की बनाया गया, लीगल राइट है ना। और पहला ये फंडामेंटल राइट दे किनवें आर्टिकल दे विच हुंदा सीगा, आर्टिकल 31 दे विच। ओके, हुण अगे हुण असीं गल करदे हां आर्टिकल 30 दे क्लॉज 2 दी। ठीक है, इहदे विच गल कीती गई है कि सरकार ने मान लो एड देनी है सारे ही इंस्टीट्यूशनस नूं। ठीक है, वैसे तो सरकार घट ही दिंदी होएगी राइट,
पर मान लो कि सरकार कहती है ਅਸੀਂ एजुकेशनल इंस्टीट्यूशन ਨੂੰ एड देना चाहते हैं, ओके, ਤਾਂ ਜਦੋਂ ਵੀ ਉਹ ਕਿਸੇ ਨੂੰ एड देगी, राइट, ਤਾਂ ਉਹ डिस्क्रिमिनेट नहीं कर सकती। किस बेस ਤੇ? ਉਹ ਇਹ नहीं कह सकती कि ਅਸੀਂ ਆਹ ਵਾਲਾ ਜਿਹੜਾ ਸਕੂਲ है ना ਇਹਨੂੰ पैसा नहीं देना क्योंकि ਇਹ माइनॉरिटी ਦੀ मैनेजमेंट ਦੇ अंडर चलता है, राइट, चाहे रिलीजियस माइनॉरिटी होए चाहे लिंग्विस्टिक माइनॉरिटी होए, ठीक है। ਹੁਣ देखो ਅਸੀਂ बार-बार रिलीजियस एंड लिंग्विस्टिक माइनॉरिटी ਦੀ ਗੱਲ ਕਰ ਰਹੇ ਹਾਂ, पर आर्टिकल 29 एंड आर्टिकल 30 ਦੇ ਵਿੱਚ ਇਹਨਾਂ ਦੋਨਾਂ माइनॉरिटी ਦਾ ਨਾਮ नहीं लिया गया, सिर्फ ਇੱਥੇ माइनॉरिटी बोलिया गया, समझ रहे हो। यानी कि ਸਾਡੇ ਈਵਨ ਸੰਵਿਧਾਨ ਦੀ ਗੱਲ ਕਰ ਲਓ, ਜੇ ਤੁਹਾਨੂੰ ਪ੍ਰਸ਼ਨ ਆ ਜੇ ਨਾ ਕਿ ਸਾਡੇ ਸੰਵਿਧਾਨ ਦੇ ਵਿੱਚ ਕਿਹੜੀ ਜਗ੍ਹਾ ਤੇ ਡਿਫਾਈਨ ਕੀਤਾ ਗਿਆ ਆ ਮਾਈਨॉरिटी ਨੂੰ, ਤਾਂ ਯਾਦ ਰੱਖਣਾ ਇਹ ਵਾਲੀ ਪਾਰਟਿਕੂਲਰ ਟਰਮ ਕਿਤੇ ਵੀ ਡਿਫਾਈਨ ਨਹੀਂ ਕੀਤੀ ਗਈ ਸਾਡੇ ਕਨਸਟੀਟਿਊਸ਼ਨ ਵਿੱਚ, ਓਕੇ। ਇਹ ਸਿਰਫ ਅਸੀਂ ਜਦੋਂ ਇਹਨੂੰ ਪੜ੍ਹਦੇ ਹਾਂ ਤੇ ਉਹਦੇ ਤੋਂ ਸਾਨੂੰ ਸਮਝ ਆਉਂਦੀ ਰਿਲੀਜੀਅਸ ਮਾਈਨॉरिटी ਐਂਡ ਲਿੰਗੁਇਸਟਿਕ ਮਾਈਨॉरिटी, ਰਾਈਟ। ਤਾਂ ਇਹ ਤੁਸੀਂ ਯਾਦ ਰੱਖਣਾ ਕਿ ਫਿਰ ਹੁਣ ਗਵਰਨਮੈਂਟ ਕੀ ਕਰੇਗੀ, ਐਸ ਬੇਸ ਦੇ ਉੱਪਰ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੀ। ਅਗਰ ਉਹ ਪੈਸਾ ਦੇਗੀ ਤਾਂ ਸਾਰੇ ਦੇ ਸਾਰੇ ਇੰਸਟੀਟਿਊਸ਼ਨ ਨੂੰ ਦੇਣਾ ਪਏਗਾ, ਚਾਹੇ ਉਹ ਮਾਈਨॉरिटी ਇੰਸਟੀਟਿਊਸ਼ਨ ਹੋਏ ਜਾਂ ਫਿਰ ਕੋਈ ਹੋਰ ਇੰਸਟੀਟਿਊਸ਼ਨ ਹੋਏ, ਰਾਈਟ। ਹੁਣ ਆਰਟੀਕਲ 30 ਦੇ ਵਿੱਚ ਅੱਗੇ ਇੱਕ ਗੱਲ ਹੋਰ ਹੈ ਜੋ ਕਿ ਇੰਪੋਰਟੈਂਟ ਬੋਲੀ ਗਈ ਹੈ ਕਿ ਅਗਰ ਮਾਈਨॉरिटी ਆਪਣੀ ਭਾਸ਼ਾ ਦੇ ਵਿੱਚ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੁੰਦੀ ਹੈ ਤਾਂ ਉਹ ਦੇ ਸਕਦੀ ਹੈ, ਇਸ ਦਾ ਉਸਦੇ ਕੋਲੋਂ ਰਾਈਟ ਹੋਏਗਾ, ਠੀਕ ਹੈ। ਇਸ ਤੋਂ ਬਾਅਦ ਇਹਦੇ ਵਿੱਚ ਮਾਈਨॉरिटी ਐਜੂਕੇਸ਼ਨਲ ਇੰਸਟੀਟਿਊਸ਼ਨ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ, ਯਾਨੀ ਕਿੰਨੀਆਂ ਟਾਈਪਸ ਦਿਖਾਈਆਂ ਗਈਆਂ ਮਾਈਨॉरिटी ਐਜੂਕੇਸ਼ਨਲ ਇੰਸਟੀਟਿਊਸ਼ਨ ਦੀਆਂ? 3 ਟਾਈਪ ਹੈ। ਪਹਿਲੇ ਐਦਾਂ ਦੇ ਇੰਸਟੀਟਿਊਸ਼ਨ ਹੋਣਗੇ ਜਿਹੜੇ ਕਿ ਸਰਕਾਰ ਤੋਂ ਰੈਕਗਨੀਸ਼ਨ ਲੈ ਕੇ ਰਹਿੰਦੇ ਨੇ, ਜਿਵੇਂ ਕਿ CBSE ਬੋਰਡ ਹੈ ਹਨਾ, ਜਿਵੇਂ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ, ਇਹ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲਈ ਸਮਝਾ ਰਹੀ ਹਾਂ, ਇਹਨਾਂ ਨੂੰ ਰੈਕਗਨੀਸ਼ਨ ਮਿਲੀ ਹੋਈ ਹੈ, ਰਾਈਟ। ਐਸੀ ਤਰ੍ਹਾਂ ਹੀ ਜਿਹੜੇ ਮਾਈਨॉरिटी ਐਜੂਕੇਸ਼ਨਲ ਇੰਸਟੀਟਿਊਸ਼ਨਸ ਹੁੰਦੇ ਆ ਉਹ ਵੀ ਕੀ ਕਰਦੇ ਆ, ਸਟੇਟ ਤੋਂ ਰੈਕਗਨੀਸ਼ਨ ਲੈਂਦੇ ਨੇ, ਜਾਂ ਫਿਰ ਕੀ ਕਰਦੇ ਨੇ ਜੀ, ਸਟੇਟ ਤੋਂ ਏਡ ਲੈਂਦੇ ਆ, ਯਾਨੀ ਕਿ ਪੈਸਾ ਲੈਂਦੇ ਨੇ। ਦੂਸਰੇ ਐਦਾਂ ਦੇ ਹੁੰਦੇ ਆ ਜਿਹੜੇ ਕਿ ਪੈਸਾ ਕੋਈ ਨਹੀਂ ਲੈਂਦੇ, ਠੀਕ ਹੈ, ਸਿਰਫ ਔਰ ਸਿਰਫ ਉਹਨਾਂ ਨੂੰ ਰੈਕਗਨੀਸ਼ਨ ਚਾਹੀਦੀ ਹੈ, ਲਾਈਕ, ਠੀਕ ਹੈ, ਜਿਵੇਂ ਕਿ CBSE ਵਗੈਰਾ ਹੋ ਗਏ। ਤੀਸਰੇ ਨੰਬਰ ਦੇ ਉੱਪਰ ਇਹੋ ਜਿਹੇ ਇੰਸਟੀਟਿਊਸ਼ਨ ਆਉਂਦੇ ਆ ਜਿਹੜੇ ਨਾ ਤਾਂ ਰੈਕਗਨੀਸ਼ਨ ਲੈਂਦੇ ਆ ਨਾ ਹੀ ਸਰਕਾਰ ਤੋਂ ਪੈਸਾ, ਕਹਿੰਦੇ ਸਾਡੇ ਕੋਲ ਪੈਸਾ ਬਹੁਤ ਹੈ, ਸਾਨੂੰ ਨਹੀਂ ਚਾਹੀਦਾ, ਤੇ ਸਾਨੂੰ ਤੁਹਾਡੀ ਰੈਕਗਨੀਸ਼ਨ ਵੀ ਨਹੀਂ ਚਾਹੀਦੀ, ਕਿ ਸਾਨੂੰ ਨਹੀਂ ਚਾਹੀਦਾ ਅਸੀਂ CBSE ਬੋਰਡ ਦੇ ਅੰਦਰ ਆਈਏ, ਸਾਨੂੰ ਨਹੀਂ ਚਾਹੀਦਾ ਅਸੀਂ ICSE ਬੋਰਡ ਦੇ ਅੰਦਰ ਆਈਏ, ਠੀਕ ਹੈ, ਅਸੀਂ ਆਪਣਾ ਖੁਦ ਦਾ ਇੱਕ ਬੋਰਡ ਚਲਾ ਲਾਂਗੇ, ਸਾਨੂੰ ਤੁਹਾਡੀ ਰੈਕਗਨੀਸ਼ਨ ਦੀ ਜ਼ਰੂਰਤ ਨਹੀਂ ਹੈ, ਓਕੇ। ਹੁਣ ਇਹਨਾਂ ਦੇ ਵਿੱਚੋਂ ਅਸੀਂ ਅਲੱਗ-ਅਲੱਗ ਪੜ੍ਹੀਏ ਤਾਂ ਜਿਹੜੇ ਤਾਂ ਇਹ ਪਹਿਲੇ 2 ਤਰ੍ਹਾਂ ਦੇ ਤੁਹਾਨੂੰ ਦਿਖ ਰਹੇ ਨੇ ਇੰਸਟੀਟਿਊਸ਼ਨ, ਇਹ ਐਦਾਂ ਦੇ ਇੰਸਟੀਟਿਊਸ਼ਨ ਹੈ ਜਿਹੜੇ ਕਿ ਸਰਕਾਰ ਦੇ ਅੰਡਰ ਚੱਲਣਗੇ, ਯਾਨੀ ਕਿ ਇਹਨਾਂ ਦੀ ਪੂਰੀ ਪਾਵਰ ਸਰਕਾਰ ਦੇ ਹੱਥ ਵਿੱਚ ਹੋਏਗੀ। ਚਾਹੇ ਐਸ ਇੰਸਟੀਟਿਊਸ਼ਨ ਨੇ ਸਿਲੇਬਸ ਲੈ ਕੇ ਆਉਣਾ ਹੈ, ਅਕੈਡਮਿਕ ਸਟੈਂਡਰਡ ਰੱਖਣੇ ਹੈਗੇ ਆ, डिसिप्लिन लैके आना है, सैनिटेशन है, इंप्लॉयमेंट है, चाहे टीचिंग स्टाफ दी है, नॉन टीचिंग स्टाफ दी है, ये सारा कुछ सरकार दे अंडर होएगा, ठीक है। यानी कि इन्हां सारियां चीज़ां ते सरकार दा चेक होएगा। ऐदा नहीं हैगा कि अगर इन्हां ने मान्यता ले ली जी CBSE दी, ठीक है, रैकगनीशन ले ली है, तो उस तो बाद CBSE ने जिहड़ा सिलेबस निकालिया ये कहना असीं तां इन्हां बुक्स नूं फॉलो नहीं करते, असीं तां अपनियां बुक्स देवांगे, असीं तां अपने अकॉर्डिंग पढ़ाई करावांगे। ऐदा नहीं होएगा। अगर CBSE ने बोल दिता कि ये वाला सिलेबस है तुसीं इहनूं फॉलो करना है तो सारे स्कूल उन्होंने ही फॉलो करेंगे। अगर उन्होंने बोल दिता कि टीचर्स के लिए टैट क्लीयर होना जरूरी है तो उन्होंने टैट क्लीयर टीचर ही रखने पैणगे, ठीक है। यानी कि इन्हां दे सारे जिहड़े स्टैंडर्ड है वो गवर्नमेंट के अंडर चलणगे, ओके। पर उत्थे जदों असीं तीसरा देखते हैं ना तो इन्होंने रैकगनीशन लई और ना ही इन्होंने पैसा लिया, इसका मतलब की होया, ओबवियसली खुला हाथी, राइट। इन्हां नूं कोई फर्क नहीं पैंदा, है ना। तो फिर इसका मतलब ये अपने अफेयर्स नूं एडमिनिस्टर करन दे लई बिल्कुल फ्री होणगे, टोटली फ्री होणगे। पर हुण इत्थे बोलिया तां गया टोटली फ्री होणगे, ऐदा मतलब ये कभी भी नहीं होएगा कि ना ये कानून फॉलो करनगे ते ना ये रूल फॉलो करनगे, ऐदा नहीं होना, ठीक है। इन्हां नूं जनरल रूल्स फॉलो करने पैणगे, जिवें कि कॉन्ट्रैक्ट है, लेबर लॉ है, इंडस्ट्रीयल लॉ है, टैक्स लॉ है, इकोनॉमिक रेगूलेशन है, इन्हां सारियां दा तीसरे तरह का इंस्टीट्यूशन भी पालन करेगा, अदरवाइज गवर्नमेंट उनके ऊपर चैक लगा सकती है, ठीक है। इस तो बाद हुण असीं एक केस बारे गल करांगे जो कि 2007 दे विच आया, सैक्रेटरी ऑफ मलांकारा सीरियन कैथोलिक कॉलेज केस, ठीक है। इहदे विच की बोलिया गया, इहदे विच सुप्रीम कोर्ट ने इस केस तो बाद कुछ फैसले लए। उन्होंने कहा कि जिहड़े माइनॉरिटी इंस्टीट्यूशन हैगे ने वो की कर सकते हैं, पहले नंबर ते अपनी गवर्निंग बॉडी नूं खुद चूज कर सकते हैगे है। उन्हां दे जिहड़े भी फाउंडर ने उन्हां नूं जिहड़े परसन दे विच ज़्यादा विश्वास है
ਉਹਨਾਂ ਸਾਰਿਆਂ ਨੂੰ ਆਪਣੀ ਗਵਰਨਿੰਗ ਬੋਡੀ ਵਿੱਚ ਲੈ ਸਕਦੇ ਆ ਤਾਂ ਕਿ ਉਹ ਕੀ ਕਰ ਸਕਣ, ਆਪਣਾ ਐਡਮਿਨਿਸਟ੍ਰੇਸ਼ਨ ਚਲਾ ਸਕਣ, ਇੰਸਟੀਟਿਊਸ਼ਨਲ ਅਫੇਅਰਸ ਨੂੰ ਚਲਾ ਸਕਣ। ਠੀਕ ਹੈ, ਇਸ ਤੋਂ ਬਾਅਦ ਇਹਨਾਂ ਨੂੰ ਇੱਕ ਹੋਰ ਵੀ ਚੀਜ਼ ਮਿਲੀ ਹੋਈ ਹੈ ਕਿ ਆਪਣਾ ਟੀਚਿੰਗ ਔਰ ਨੋਨ ਟੀਚਿੰਗ ਸਟਾਫ ਉਹਨਾਂ ਨੂੰ ਖੁਦ ਅਪਾਇੰਟ ਕਰ ਸਕਦੇ ਹੈਗੇ ਨੇ, ਆਪ ਚੁਣ ਸਕਦੇ ਆ। ਅਗਰ ਇਹਨਾਂ ਦਾ ਸਟਾਫ ਕੋਈ ਕੁਤਾਹੀ ਕਰਦਾ ਹੈ ਤਾਂ ਉਹਦੇ ਅਗੇਂਸਟ ਇਹ ਐਡਮਿਨਿਸਟ੍ਰੇਸ਼ਨ ਬੇਸ ਦੇ ਉੱਪਰ ਐਕਸ਼ਨ ਵੀ ਲੈ ਸਕਦੇ ਆ। ਠੀਕ ਹੈ, ਨਾਲ ਦੇ ਨਾਲ ਮਾਈਨੋਰਿਟੀ ਇੰਸਟੀਟਿਊਸ਼ਨ ਇੱਕ ਹੋਰ ਅਧਿਕਾਰ ਹੈਗਾ ਜੋ ਕਿ ਪਹਿਲੇ ਦੋ ਤਰ੍ਹਾਂ ਦੇ ਇੰਸਟੀਟਿਊਸ਼ਨ ਨੂੰ ਨਹੀਂ ਮਿਲਿਆ ਹੋਇਆ। ਉਹ ਕਿਹੜਾ ਆ? ਉਹ ਆਪਣੀ ਚੋਇਸ ਦੇ ਅਕੋਰਡਿੰਗ ਐਲੀਜੀਬਲ ਸਟੂਡੈਂਟਸ ਨੂੰ ਆਪਣੇ ਇੰਸਟੀਟਿਊਸ਼ਨ ਦੇ ਵਿੱਚ ਐਡਮਿਟ ਕਰ ਸਕਦੇ ਨੇ। ਠੀਕ ਹੈ, ਯਾਨੀ ਕਿ ਅਗਰ ਉਹ ਚਾਹਣ ਤਾਂ ਉਹ ਇਹ ਕਹਿ ਸਕਦੇ ਆ ਕਿ ਅਸੀਂ ਇਸ ਖਾਸ ਧਰਮ ਦੇ ਬੱਚਿਆਂ ਨੂੰ ਹੀ ਆਪਣੇ ਇੰਸਟੀਟਿਊਸ਼ਨ ਦੇ ਵਿੱਚ ਦਾਖਲਾ ਦੇਵਾਂਗੇ। ਓਕੇ, ਉਹਦੇ ਲਈ ਉਹਨਾਂ ਦੇ ਉੱਪਰ ਕੋਈ ਵੀ ਜ਼ਬਰਦਸਤੀ ਨਹੀਂ ਕਰ ਸਕਦਾ। ਨਾਲ ਦੇ ਨਾਲ ਉਹ ਰੀਜ਼ਨੇਬਲ ਫੀਸ ਵੀ ਲਗਾ ਸਕਦੇ ਆ ਬੱਚਿਆਂ ਦੇ ਉੱਪਰ। ਅੱਛਾ, ਮੰਨ ਲਓ ਉਹ ਵਾਲਾ ਇੰਸਟੀਟਿਊਸ਼ਨ ਕਹਿੰਦਾ ਹੈ ਕਿ ਅਸੀਂ ਸਿਰਫ ਆਪਣੇ ਧਰਮ ਦੇ ਇਕੱਲੇ ਬੱਚਿਆਂ ਨੂੰ ਇੰਸਟੀਟਿਊਸ਼ਨ 'ਚ ਪੜ੍ਹਾਉਣਾ ਹੈ, ਤਾਂ ਸਰਕਾਰ ਕੀ ਕਹਿੰਦੀ ਹੈ? ਇਹ ਕਹਿੰਦੀ ਹੈ ਕਿ ਠੀਕ ਹੈ, ਤੁਸੀਂ ਇਹ ਕੰਮ ਤਾਂ ਕਰ ਸਕਦੇ ਹੋ, ਪਰ ਤੁਸੀਂ ਕੋਈ ਇਹੋ ਜਿਹਾ ਕੰਮ ਨਹੀਂ ਕਰ ਸਕਦੇ ਜਿਹੜਾ ਸਾਡੇ ਦੇਸ਼ ਦੇ ਹਿੱਤ ਵਿੱਚ ਨਾ ਹੋਏ। ਯਾਨੀ ਕਿ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਐਂਟੀ ਨੈਸ਼ਨਲਿਜ਼ਮ ਨਹੀਂ ਸਿਖਾ ਸਕਦੇ, ਤੁਸੀਂ ਦੇਸ਼ ਦੇ ਵਿਰੋਧ ਦੇ ਵਿੱਚ ਬੱਚਿਆਂ ਨੂੰ ਭਰ ਨਹੀਂ ਸਕਦੇ ਉਹਨਾਂ ਦੇ ਦਿਮਾਗ ਦੇ ਵਿੱਚ। ਠੀਕ ਹੈ, ਉਹਨਾਂ ਨੂੰ ਗਲਤ ਗੱਲਾਂ ਨਹੀਂ ਸਿਖਾ ਸਕਦੇ, ਅਦਰਵਾਈਜ਼ ਉਹ ਇੰਸਟੀਟਿਊਸ਼ਨ ਬੰਦ ਹੋ ਜਾਏਗਾ। ਠੀਕ ਹੈ, ਇਸ ਤੋਂ ਬਾਅਦ ਅਗਲੀ ਚੀਜ਼ ਇਹਨਾਂ ਨੇ ਬੋਲੀ ਹੈ ਕਿ ਜਿਹੜੇ ਮਾਈਨੋਰਿਟੀ ਇੰਸਟੀਟਿਊਸ਼ਨ ਹੁੰਦੇ ਆ ਉਹ ਆਪਣੀ ਪ੍ਰਾਪਰਟੀ ਦਾ ਜਾਂ ਆਪਣੇ ਐਸੈਟ ਦਾ ਪੂਰੀ ਤਰ੍ਹਾਂ ਯੂਜ਼ ਕਰ ਸਕਦੇ ਨੇ ਤਾਂ ਕਿ ਉਹ ਆਪਣੇ ਇੰਸਟੀਟਿਊਸ਼ਨ ਦੇ ਬੈਨੀਫਿਟਸ ਦੇ ਲਈ, ਉਹਨਾਂ ਦੇ ਹਿੱਤਾਂ ਦੇ ਲਈ ਕੰਮ ਕਰ ਸਕਣ। ਓਕੇ, ਇਸ ਤੋਂ ਅੱਗੇ ਕੀ ਬੋਲਿਆ ਗਿਆ? ਜਿਵੇਂ ਕਿ ਅਸੀਂ ਪਿੱਛੇ ਗੱਲ ਕੀਤੀ ਕਿ ਇਹ ਜਿੰਨੀਆਂ ਵੀ ਪਾਵਰਸ ਮਾਈਨੋਰਿਟੀ ਇੰਸਟੀਟਿਊਸ਼ਨਸ ਨੂੰ ਮਿਲੀਆਂ ਹੋਈਆਂ ਇਹ ਐਬਸੋਲੂਟ ਨਹੀਂ ਹੁੰਦੀਆਂ। ਠੀਕ ਹੈ, ਵੀ ਇਹਨਾਂ ਦੇ ਉੱਪਰ ਕੋਈ ਚੈੱਕ ਹੀ ਨਹੀਂ ਹੋਏਗਾ। ਅਸੀਂ ਦੇਖਿਆ ਗਵਰਨਮੈਂਟ ਚੈੱਕ ਲਗਾ ਸਕਦੀ ਹੈ, ਯਾਨੀ ਇਹਨਾਂ ਦੀਆਂ ਪਾਵਰਸ ਦੇ ਉੱਪਰ, ਇਹਨਾਂ ਦੇ ਰਾਈਟਸ ਦੇ ਉੱਪਰ ਕੁਝ ਚੈੱਕ ਹੈਗੇ ਆ ਜੋ ਕਿ ਸਾਡੀ ਸਰਕਾਰ ਵੱਲੋਂ ਲਗਾਏ ਜਾਂਦੇ ਆ ਤਾਂ ਕਿ ਜਿਹੜੀ ਮਾਈਨੋਰਿਟੀ ਹੈ ਨਾ ਇਹ ਕਿਤੇ ਮੈਜੋਰਿਟੀ ਨੂੰ ਵੀ ਥੱਲੇ ਨਾ ਦਬਾ ਦੇਵੇ। ਠੀਕ ਹੈ, ਉਹ ਕੀ ਕਹਿੰਦੇ ਆ ਕਿ ਮਾਈਨੋਰਿਟੀ ਐਂਡ ਮੈਜੋਰਿਟੀ ਦੇ ਵਿੱਚ ਅਸੀਂ ਕੀ ਲੈ ਕੇ ਆਉਣਾ ਚਾਹੁੰਦੇ ਹਾਂ? ਇਕੁਐਲਿਟੀ ਲੈ ਕੇ ਆਉਣਾ ਚਾਹੁੰਦੇ ਹਾਂ। ਨਾ ਮੈਜੋਰਿਟੀ ਉੱਪਰ ਜਾਣੀ ਚਾਹੀਦੀ ਹੈ, ਨਾ ਹੀ ਧੀਰੇ ਧੀਰੇ ਕਰਕੇ ਇੱਕ ਟਾਈਮ ਆਏ ਕਿ ਮਾਈਨੋਰਿਟੀ ਉੱਪਰ ਨੂੰ ਚਲੀ ਜਾਏ। ਰਾਈਟ, ਯਾਨੀ ਕਿ ਇਹਦੇ ਵਿੱਚ ਇਹਨਾਂ ਨੇ ਬੋਲਿਆ ਕਿ ਰਿਵਰਸ ਡਿਸਕ੍ਰਿਮੀਨੇਸ਼ਨ ਨਹੀਂ ਹੋਏਗਾ। ਜਿਸ ਤਰ੍ਹਾਂ ਮੰਨ ਲਓ ਇੱਕ ਮੈਜੋਰਿਟੀ ਕਮਿਊਨਿਟੀ ਹੈ, ਉਹ ਮਾਈਨੋਰਿਟੀ ਕਮਿਊਨਿਟੀ ਨੂੰ ਦਬਾ ਕੇ ਰੱਖਦੀ ਹੈ, ਇਸ ਨੂੰ ਬੋਲਿਆ ਜਾਂਦਾ ਹੈ ਡਿਸਕ੍ਰਿਮੀਨੇਸ਼ਨ, ਹੈ ਨਾ। ਪਰ ਅਗਰ ਮੰਨ ਲਓ ਮਾਈਨੋਰਿਟੀ ਕਮਿਊਨਿਟੀ ਨੂੰ ਇੰਨਾ ਹੀ ਖੁੱਲਾ ਛੋੜ ਦਿੱਤਾ ਜਾਵੇ ਕਿਸੇ ਦੇਸ਼ ਵਿੱਚ ਕਿ ਉਹ ਮੈਜੋਰਿਟੀ ਦੇ ਉੱਪਰ ਰਾਜ ਕਰਨ ਲੱਗ ਜਾਣ, ਉਹਨਾਂ ਨੂੰ ਦਬਾ ਕੇ ਰੱਖ ਲੈਣ, ਤਾਂ ਇਹਨੂੰ ਬੋਲਿਆ ਜਾਂਦਾ ਹੈ ਰਿਵਰਸ ਡਿਸਕ੍ਰਿਮੀਨੇਸ਼ਨ। ਅਗਰ ਇਹਦੇ ਵਿੱਚ ਡਿਸਕ੍ਰਿਮੀਨੇਸ਼ਨ ਨਹੀਂ ਹੋਏਗਾ ਤਾਂ ਰਿਵਰਸ ਡਿਸਕ੍ਰਿਮੀਨੇਸ਼ਨ ਵੀ ਨਹੀਂ ਹੋਏਗਾ, ਪਰਟੀਕੂਲਰ ਇਹਦੇ ਵਿੱਚ ਦੱਸਿਆ ਗਿਆ। ਰਾਈਟ, ਅੱਛਾ, ਇਸ ਤੋਂ ਬਾਅਦ ਅਸੀਂ ਗੱਲ ਕਰ ਲੈਂਦੇ ਹਾਂ ਅੱਗੇ ਕਿ ਜਿਹੜੀ ਸਾਡੀ ਸਰਕਾਰ ਹੈ ਉਹਨਾਂ ਨੂੰ ਰਾਈਟ ਐਸ ਕਰਕੇ ਦਿੱਤੇ ਹੈਗੇ ਇਹਨਾਂ ਨੇ ਤਾਂ ਕਿ ਮੈਜੋਰਿਟੀ ਤੇ ਮਾਈਨੋਰਿਟੀ ਦੇ ਵਿਚਕਾਰਲਾ ਫਰਕ ਖਤਮ ਕੀਤਾ ਜਾ ਸਕੇ, ਉਹਨਾਂ ਵਿੱਚ ਸਮਾਨਤਾ ਲਿਆਈ ਜਾ ਸਕੇ। ਠੀਕ ਹੈ, ਹੁਣ ਅਗਲੀ ਗੱਲ ਜਿਹੜੀ ਬੋਲੀ ਗਈ ਹੈ ਉਹ ਕੀ ਹੈ ਕਿ ਜਿਹੜੇ ਮਾਈਨੋਰਿਟੀ ਇੰਸਟੀਟਿਊਸ਼ਨ ਹੈ ਉਹ ਆਪਣੇ ਇੰਸਟੀਟਿਊਸ਼ਨ ਨੂੰ ਚਲਾਉਣ ਦੇ ਲਈ ਐਬਸੋਲੂਟ ਪਾਵਰਸ ਨਹੀਂ ਇਸਤੇਮਾਲ ਕਰ ਸਕਦੇ। ਇਸ ਬਾਰੇ ਮੈਂ ਤੁਹਾਨੂੰ ਪਿੱਛੇ ਵੀ ਦੱਸਦਾ। ਨਾਲ ਦੇ ਨਾਲ ਇਹ ਮਾਲ ਐਡਮਿਨਿਸਟ੍ਰੇਸ਼ਨ ਵੀ ਨਹੀਂ ਕਰ ਸਕਦੇ ਕਿ ਜ਼ਬਰਦਸਤੀ ਉੱਥੇ ਛੋਟੇ ਬੱਚਿਆਂ ਨੂੰ ਕੰਮ ਕਰਵਾਈ ਜਾਣ ਔਰ ਉਹਨਾਂ ਦਾ ਸ਼ੋਸ਼ਣ ਕਰੀ ਜਾਣ, ਜਾਂ ਐਦਾਂ ਦੇ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਸਾਡੀ ਗਵਰਨਮੈਂਟ ਨੇ ਬਣਾਏ ਹੋਏ ਨੇ, ਟੈਕਸ ਵਗੈਰਾ ਚੋਰੀ ਕਰਨਾ ਔਰ ਇਹ ਸਾਰਾ ਕੁਝ ਉਹਨਾਂ ਨੂੰ ਲਾਈਕ ਬਹੁਤ ਬੁਰੇ ਤਰੀਕੇ ਦੇ ਨਾਲ ਯੂਜ਼ ਕਰੀ ਜਾਣ। ਠੀਕ ਹੈ, ਇਹ ਸਾਰਾ ਕੁਝ ਨਹੀਂ ਕਰ ਸਕਦੇ। ਇਹਨਾਂ ਦੇ ਲਈ ਰੈਗੂਲੇਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਹਦੇ ਲਈ ਗਵਰਨਮੈਂਟ ਨੇ ਬੋਲਿਆ ਕਿ ਤੁਸੀਂ ਐਜੂਕੇਸ਼ਨ ਦੇ ਜਿਹੜੇ ਕਰੈਕਟ ਸਟੈਂਡਰਡ ਹੁੰਦੇ ਨੇ, ਅਕੈਡਮਿਕ ਐਕਸੀਲੈਂਸ ਹੁੰਦਾ ਆ, ਉਹਨਾਂ ਨੂੰ ਰੈਗੂਲੇਟ ਕਰੋਗੇ, ਉਹਨਾਂ ਨੂੰ ਫੋਲੋ ਕਰੋਗੇ। ਜੇਕਰ ਜ਼ਰੂਰਤ ਪਏਗੀ ਤਾਂ ਫਿਰ ਗਵਰਨਮੈਂਟ ਕੀ ਕਰ ਸਕਦੀ ਹੈ? ਐਡਮਿਨਿਸਟ੍ਰੇਸ਼ਨ ਦੇ ਉੱਪਰ ਚੈੱਕ ਵੀ ਲਗਾ ਸਕਦੀ ਹੈ। ਆਈ ਹੋਪ ਯੂ ਆਲ ਆਰ ਗੈਟਿੰਗ ਮਾਈ ਪੁਆਇੰਟ। ਹੁਣ ਇਹਨਾਂ ਇੰਸਟੀਟਿਊਸ਼ਨਸ ਨੂੰ ਹੋਰ ਕੀ ਬੋਲਿਆ ਗਿਆ, ਜਿਵੇਂ ਕਿ ਅਸੀਂ ਪਿੱਛੇ ਦੇਖਿਆ ਕਿ ਇਹ ਕੀ ਕਰ ਸਕਦੇ ਆ? ਆਪਣੇ ਟੀਚਿੰਗ ਐਜ਼ ਵੈਲ ਐਜ਼ ਨੋਨ ਟੀਚਿੰਗ ਸਟਾਫ ਨੂੰ ਅਪਾਇੰਟ ਕਰ ਸਕਦੇ ਨੇ। ਉਹਨਾਂ ਦੀ ਕੁਆਲੀਫਿਕੇਸ਼ਨ ਐਂਡ ਕ੍ਰਾਈਟੇਰੀਆ ਇਹਨਾਂ ਨੂੰ ਫੋਲੋ ਕਰਨਾ ਪਏਗਾ। ਇਹਨਾਂ ਨੂੰ ਰੂਲਸ ਦੇ ਵਿੱਚ ਦੱਸਣਾ ਪਏਗਾ ਕਿ ਸਾਡੇ ਇੱਥੇ ਕਿਸ ਤਰ੍ਹਾਂ ਦੇ ਟੀਚਰ ਕਿੰਨੀ ਕੁਆਲੀਫਿਕੇਸ਼ਨ ਵਾਲੇ ਕਿਸ ਬਿਹਾਫ ਤੇ ਰੱਖੇ ਜਾ ਸਕਦੇ ਆ। ਠੀਕ ਹੈ, ਜੇਕਰ ਸਰਕਾਰ ਮੰਨ ਲਓ ਕਹਿੰਦੀ ਹੈ ਕਿ ਅਸੀਂ ਨਾ ਤੁਹਾਨੂੰ ਕੀ ਦੇਣਾ ਚਾਹੁੰਦੇ ਆ, ਅਸੀਂ ਤੁਹਾਨੂੰ ਦੇਣਾ ਚਾਹੁੰਦੇ ਆ ਜੀ ਗ੍ਰਾਂਟ, ਅਸੀਂ ਤੁਹਾਨੂੰ ਏਡ ਦੇਣਾ ਚਾਹੁੰਦੇ ਆ, ਤਾਂ ਏਡ ਤੋਂ ਮਨਾ ਨਹੀਂ ਕਰਨਗੇ। ਓਬਵੀਅਸਲੀ ਪੈਸਾ ਮਿਲਦਾ ਹੈ, ਕੌਣ ਮਨਾ ਕਰੇਗਾ। ਪਰ ਗਵਰਨਮੈਂਟ ਇਹਨਾਂ ਇੰਸਟੀਟਿਊਸ਼ਨਸ ਨੂੰ ਮਜਬੂਰ ਨਹੀਂ ਕਰ ਸਕਦੀ ਕਿ ਹੁਣ ਅਸੀਂ ਤੁਹਾਨੂੰ ਏਡ ਦੇ ਦਿੱਤੀ ਹੈ, ਅਸੀਂ ਤੁਹਾਨੂੰ ਪੈਸਾ ਦੇ ਦਿੱਤਾ ਹੈ, ਇਸ ਲਈ ਤੁਹਾਨੂੰ ਸਾਡੇ ਅੰਡਰ ਰਹਿਣਾ ਪਏਗਾ। ਠੀਕ ਹੈ, ਹਾਲੇ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਮਾਈਨੋਰਿਟੀ ਇੰਸਟੀਟਿਊਸ਼ਨ ਦੀ ਆਪਣੀ ਹੋਏਗੀ। ਠੀਕ ਹੈ ਜੀ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਜੇਕਰ ਸਟੇਟ ਉਹਨਾਂ ਨੂੰ ਏਡ ਦੇ ਰਹੀ ਹੈ
ਤਾਂ ਉਹ ਇਹ ਜ਼ਰੂਰ ਦੇਖ ਸਕਦੀ ਹੈ ਕਿ ਜਿਹੜਾ ਪੈਸਾ ਸਟੇਟ ਨੇ ਉਹਨਾਂ ਨੂੰ ਦਿੱਤਾ ਉਹ ਪ੍ਰੋਪਰ ਤਰੀਕੇ ਦੇ ਨਾਲ ਯੂਟਿਲਾਈਜ਼ ਕੀਤਾ ਜਾ ਰਿਹਾ ਜਾਂ ਨਹੀਂ। ਇਸ ਚੀਜ਼ ਨੂੰ ਅਸ਼ੋਰ ਕਰਨ ਦੇ ਲਈ ਸਟੇਟ ਕੁਝ ਕੰਡੀਸ਼ਨਸ ਨੂੰ ਇੰਪੋਜ਼ ਕਰ ਸਕਦੀ ਹੈ। ਠੀਕ ਹੈ ਜੀ, ਹਾਂਜੀ। ਤਾਂ ਇੱਥੇ ਅਸੀਂ ਫਿਰ ਆਰਟੀਕਲ 29 ਐਂਡ ਆਰਟੀਕਲ 30 ਨੂੰ ਖਤਮ ਕਰ ਲਿਆ ਆ। ਆਈ ਹੋਪ ਕਿ ਤੁਹਾਨੂੰ ਸੈਸ਼ਨ ਚੰਗਾ ਲੱਗਿਆ ਹੋਣਾ। ਚੰਗਾ ਲੱਗਿਆ ਹੋਏ ਤਾਂ ਲਾਈਕ ਐਂਡ ਸ਼ੇਅਰ ਕਰ ਸਕਦੇ ਹੋ। ਵਿਦ ਥੀਸ ਵਰਡਸ ਅਸੀਂ ਕੱਲ ਮਿਲਾਂਗੇ ਅਗਲੇ ਆਰਟੀਕਲ ਦੇ ਨਾਲ। ਥੈਂਕ ਯੂ ਸੋ ਮਚ, ਟੇਕ ਕੇਅਰ, ਹੈਵ ਅ ਨਾਈਸ ਟਾਈਮ, ਗੁੱਡ ਡੇ, ਬਾਏ ਬਾਏ।